ਮਿੰਟੂ ਜੀ, ਪੰਜਾਬ ਦੇ ਵਿੱਚ ਜੋ ਇਸ ਵੇਲੇ ਸਥਿਤੀ ਬਣੀ ਹੋਈ ਹੈ, ਪਹਿਲਾਂ ਤਾਂ ਇਹ ਦੱਸਿਓ ਕਿ ਕੁਝ ਇੱਥੇ ਮੀਡੀਆ ਅਦਾਰਿਆਂ ਦੇ ਵਿੱਚ, ਮੈਂ ਸਵੇਰੇ ਵੀ ਗੱਲ ਕਰ ਰਿਹਾ ਸੀ ਖੈਰ, ਕਿ ਮੀਡੀਆ ਅਦਾਰਿਆਂ ਦੇ ਵਿੱਚ ਰਿਪੋਰਟਿੰਗ ਇਹ ਕੀਤੀ ਗਈ ਕਿ ਪੰਜਾਬ ਨੂੰ ਕੱਟ ਆਫ ਕਰ ਦਿੱਤਾ ਗਿਆ ਹੈ ਬਾਕੀ ਦੀ ਦੁਨੀਆ ਤੋਂ। ਇਸ ਗੱਲ ਬਾਰੇ ਤੁਸੀਂ ਕੀ ਕਹਿਣਾ ਚਾਹੋਗੇ ਪੰਜਾਬ 'ਚ ਬੈਠੇ ਹੋਏ? ਦੇਖੋ, ਇੰਟਰਨੈਟ ਦੇ ਜ਼ਰੀਏ ਤਾਂ ਜੇ ਦੇਖੀਏ ਤਾਂ ਦੁਨੀਆ ਤੋਂ ਕੱਟ ਆਫ ਹੀ ਹੈ ਕਿ ਇੰਟਰਨੈਟ ਬੰਦ ਹੈ, ਪਰ ਇੰਟਰਨੈਟ ਪੂਰੀ ਤਰ੍ਹਾਂ ਬੰਦ ਨਹੀਂ ਪੰਜਾਬ ਦੇ ਵਿੱਚ। ਉਹਦੇ ਵਿੱਚ ਵੀ ਇੱਕ ਮਤਲਬ ਕਿ ਹੈ ਕਿ ਇੰਟਰਨੈਟ ਜਿੱਦਾਂ ਲੀਜ਼ ਲਾਈਨ ਵਾਲੇ ਹੁੰਦੇ ਨੇ, ਜਿਹਨੂੰ ਆਪਾਂ ਵਾਈਫਾਈ ਕਹਿ ਦਿੰਦੇ ਹਾਂ, ਇਹ ਸਾਰੇ ਚੱਲਦੇ ਨੇ ਜੀ, ਪਰੰਤੂ ਜਿਹੜੇ ਮੋਬਾਈਲ ਦੇ ਨੇ, ਡੋਂਗਲ ਦੇ ਨੇ, ਉਹ ਇੰਟਰਨੈਟ ਇਹਨਾਂ ਨੇ ਬੰਦ ਕਰ ਰੱਖੇ ਆ ਜੀ। ਤਾਂ ਇੰਟਰਨੈਟ ਦੇ ਪੱਖ ਤੋਂ ਜੇ ਤੁਸੀਂ ਦੇਖੋਗੇ ਤਾਂ ਉਹ ਤਾਂ ਜਿਹੜਾ ਬੰਦਾ ਮੋਬਾਈਲ ਤੇ ਹੁਣ ਸਾਰੀ ਦੁਨੀਆ ਦੇਖਦਾ ਸੀਗਾ, ਉਹ ਤਾਂ ਦੁਨੀਆ ਤੋਂ ਕੱਟ ਆਫ ਹੈ। ਪਰ ਇਹ ਨਹੀਂ ਹੈ ਕਿ ਟੀਵੀ ਬੰਦ ਕਰ ਦਿੱਤਾ ਗਿਆ ਜਾਂ ਕੋਈ ਹੋਰ ਸੈਂਸਰਸ਼ਿਪ ਲਾ ਦਿੱਤੀ ਗਈ ਹੈ ਮੀਡੀਆ ਤੇ, ਉਹ ਸਾਰੀਆਂ ਚੀਜ਼ਾਂ ਨਹੀਂ ਹਨ, ਐਸਾ ਕੁਛ ਨਹੀਂ ਹੈ। ਸਿਰਫ ਤੇ ਸਿਰਫ ਇਹੋ ਹੈ ਕਿ ਇੰਟਰਨੈਟ ਜ਼ਰੂਰ ਬੰਦ ਕੀਤਾ ਗਿਆ। ਉੱਦਾਂ ਸਖਤੀ ਬਹੁਤ ਹੈ, ਸਖਤਾਈ ਬਹੁਤ ਹੈ, ਜਿਹੜਾ ਵੀ ਫੜਦੇ ਨੇ ਉਹਦੇ ਤੇ ਤਕਰੀਬਨ NSA ਤੈਅ ਹੀ ਹੈ, ਸਖਤੀ ਬਹੁਤ ਹੈ, ਪਿੰਡਾਂ ਤੱਕ ਫਲੈਗ ਮਾਰਚ ਹੋ ਰਹੇ ਨੇ, ਪਰੰਤੂ ਇਹ ਨਹੀਂ ਹੈ ਕਿ ਸਾਰਾ ਕੁਝ ਬੰਦ ਹੋ ਗਿਆ। ਕੁਝ ਸੇਵਾਵਾਂ ਜਿਹੜੀਆਂ ਕਹਿੰਦੇ ਸੀਗੇ ਕਿ ਪਹਿਲਾਂ ਸਸਪੈਂਡਡ ਕਰਾਂਗੇ, ਪਰੰਤੂ ਬੱਸਾਂ ਵੀ ਸਾਰਾ ਕੁਝ ਨਾਰਮਲ ਹੀ ਆ। ਪਰੰਤੂ ਇੰਟਰਨੈਟ ਜਿਹੜਾ ਹੈ ਉਹ ਇਹਨਾਂ ਨੇ ਪਹਿਲਾਂ ਕਿਹਾ ਸੀਗਾ ਕਿ ਐਤਵਾਰ ਤੱਕ, ਫਿਰ ਕਿਹਾ ਸੋਮਵਾਰ ਤੱਕ, ਅੱਜ ਇਹਨਾਂ ਨੇ ਕਹਿ ਦਿੱਤਾ ਕਿ ਮੰਗਲਵਾਰ ਤੱਕ, ਤੇ ਮੈਨੂੰ ਵੀ ਲੱਗਦਾ ਕਿ ਕੱਲ ਨੂੰ ਵੀ ਚਲਾਉਣਗੇ। ਇੰਟਰਨੈਟ ਡਰਦੇ ਨਹੀਂ ਚਲਾ ਰਹੇ ਕਿ ਲੋਕ ਕਿਤੇ ਸੜਕਾਂ ਤੇ ਨਾ ਆ ਜਾਣ, ਸੋ ਇਹੀ ਕਾਰਨ ਹੈ। ਇਹ ਕਹਿੰਦੇ ਕਿ ਅਫਵਾਹਾਂ ਵਗੈਰਾ ਜਿਹੜੀਆਂ ਫੈਲਾਉਂਦੇ ਨੇ ਉਸ ਕਦੇ ਚੱਲਦੇ ਆ ਸਾਰਾ ਕੁਛ ਹੈ, ਪਰ ਉਹਦੇ ਨਾਲ ਕੀ ਹੈ ਕਿ ਆਪਾਂ ਇੱਕ ਚੀਜ਼ ਤੇ ਜਾਣਦੇ ਹੀ ਆ ਨਾ ਵਿਜੇ ਜੀ, ਕਿ ਜੇਕਰ ਇੰਟਰਨੈਟ ਬੰਦ ਹੁੰਦਾ ਹੈ ਤਾਂ ਉਹਦੇ ਨਾਲ ਸਿਰਫ ਇੱਕ ਬੇਸਿਕ ਲੋੜ ਹੈ, ਜਿੱਦਾਂ ਇੰਟਰਨੈਟ ਅੱਜ ਦੇ ਜ਼ਮਾਨੇ 'ਚ ਸਿਰਫ ਉਹਦੇ ਤੇ ਪ੍ਰਭਾਵ ਨਹੀਂ ਪੈਂਦਾ, ਇਨਸਾਨ ਦੀ ਬੇਸਿਕ ਲੋੜ ਤੇ ਨਹੀਂ, ਬਲਕਿ ਕਾਰੋਬਾਰ ਤੇ ਬਹੁਤ ਵੱਡਾ ਪ੍ਰਭਾਵ ਪੈਂਦਾ ਹੈ। ਮੈਨੂੰ ਯਾਦ ਹੈ ਜਦੋਂ ਡੇਰਾ ਮੁਖੀ ਨੂੰ ਸਜ਼ਾ ਹੋਈ ਆ ਤਾਂ ਉਦੋਂ ਇੰਟਰਨੈਟ ਬੰਦ ਕੀਤਾ ਗਿਆ ਸੀ, ਸ਼ਟ ਡਾਊਨ ਕੀਤਾ ਗਿਆ ਸੀ ਪੰਜਾਬ ਦੇ ਵਿੱਚ, ਤਾਂ ਅੰਦਾਜ਼ਨ ਕਿਹਾ ਗਿਆ ਸੀ ਕਿ 2000 ਕਰੋੜ ਦਾ ਐਵਰੀ ਡੇ ਨੁਕਸਾਨ ਹੋਇਆ। ਤਾਂ ਤੁਸੀਂ ਦੇਖ ਲਓ ਕਿ ਹੁਣ ਤਾਂ 5 ਸਾਲ ਆਪਾਂ ਅੱਗੇ ਆ ਗਏ ਹਾਂ, ਤਾਂ ਲਾਸ ਜਿਹੜਾ ਹੈ ਜੇ ਆਪਾਂ ਦੇਖੀਏ ਆਰਥਿਕ ਲਿਹਾਜ਼ ਨਾਲ ਵੀ ਬਹੁਤ ਹੁੰਦਾ ਇਹਨਾਂ ਚੀਜ਼ਾਂ ਦਾ। ਪਰ ਜਿਨ੍ਹਾਂ ਲੋਕਾਂ ਨੇ ਅੱਜ ਕਿਸੇ ਨੇ ਕੰਮਕਾਜ ਤੇ ਜਾਣਾ ਸੀ, ਜਿਹੜੀ ਕੋਈ ਬੱਸਾਂ ਦੀ ਆਵਾਜਾਈ ਜਾਂ ਹੋਰ, ਉਹ ਠੀਕ ਠਾਕ ਚੱਲਦੀ ਰਹੀ, ਸਕੂਲ ਖੁੱਲ੍ਹੇ ਰਹੇ, ਬੱਚਿਆਂ ਨੇ ਸਕੂਲਾਂ ਕਾਲਜਾਂ ਦੇ ਵਿੱਚ ਕਲਾਸਾਂ ਵਗੈਰਾ ਲੱਗੀਆਂ, ਸਭ ਨੋਰਮਲ ਬਾਕੀ ਚੱਲਦਾ ਪਿਆ। ਅਫਕੋਰਸ ਜਿਹੜੀ ਮੋਬਾਈਲ ਇੰਟਰਨੈਟ ਨੂੰ ਬੰਦ ਕਰ ਦਿੱਤਾ ਗਿਆ, ਉਹਦੇ ਕਰਕੇ ਜਿਹੜੇ ਇਲਾਕਿਆਂ ਦੇ ਵਿੱਚ ਬ੍ਰੌਡਬੈਂਡ ਸੇਵਾ ਨਹੀਂ ਹੈ, ਖਾਸ ਤੌਰ 'ਤੇ ਰੂਰਲ ਏਰੀਆਜ਼ ਦੇ ਵਿੱਚ, ਪਿੰਡਾਂ ਦੇ ਵਿੱਚ, ਉੱਥੇ ਜ਼ਰੂਰ ਇਸ ਗੱਲ ਨੂੰ ਲੈ ਕੇ ਕਾਫੀ ਜ਼ਿਆਦਾ ਦਿੱਕਤ ਹੋਏਗੀ, ਕਿਉਂਕਿ ਜਿਵੇਂ ਤੁਸੀਂ ਕਿਹਾ ਕਿ ਇੰਟਰਨੈਟ ਅੱਜ ਦੀ ਦੁਨੀਆ ਦੇ ਵਿੱਚ ਇੱਕ ਬੜੀ ਅਹਿਮ ਜ਼ਰੂਰਤ ਹੈ, ਨੈਸੈਸਿਟੀ ਹੈ ਹੁਣ ਤੇ। ਜੀ ਬਿਲਕੁਲ, ਹਾਂ, ਸਖਤੀ ਇਹਨਾਂ ਨੇ ਉੱਥੇ ਕੀਤੀ ਹੈ ਕਿਉਂਕਿ ਇਹਨਾਂ ਦੇ ਕੋਲ ਬਕਾਇਦਾ, ਇਹਨਾਂ ਨੇ ਦੇਖੋ ਵਿਜੇ ਜੀ, ਇਹ ਜਿਹੜੀ ਇਹਨਾਂ ਨੇ ਮੁਹਿੰਮ ਚਲਾਈ ਅੰਮ੍ਰਿਤਪਾਲ ਸਿੰਘ ਹੋਰਾਂ ਦੇ ਵਿਰੋਧ ਦੇ ਵਿੱਚ, ਇਹਦੇ ਤੇ ਬਹੁਤ ਵਰਕਆਊਟ ਕੀਤਾ ਲੱਗਦਾ ਹੈ, ਕਿਉਂਕਿ ਇਹਨਾਂ ਨੇ ਸਾਰੇ ਬੰਦੇ ਜਿਹੜੇ ਸੀਗੇ ਉਹ ਇੱਕ ਤਰ੍ਹਾਂ ਨਾਲ ਸੂਚੀਆਂ 'ਚ ਪਾ ਰੱਖੇ ਸੀ, ਤੇ ਯਕਦਮ ਗਲੀਆਂ 'ਚ ਜਾਂ ਜਿਹੜੇ ਦੂਰ ਦਰਾਜ਼ ਦੇ ਇਲਾਕੇ, ਜਿਵੇਂ ਕਿ ਤੁਸੀਂ ਦੇਖੋ ਮਲੋਟ ਅਬੋਹਰ ਏਰੀਆ ਸਾਡਾ ਚੰਡੀਗੜ੍ਹ ਤੋਂ ਕਿੰਨੀ ਦੂਰ ਹੈ, ਰਾਜਸਥਾਨ ਵਾਲੇ ਕੋਨੇ ਤੇ ਪੈ ਜਾਂਦੇ ਆ, ਤਾਂ ਇੱਥੋਂ ਤੱਕ ਵੀ ਜਿੱਥੇ ਕਿਤੇ ਠਾਰ ਸੀਗੀ, ਕਿਤੇ ਆਏ ਗਏ, ਜਾਂ ਮੰਨ ਲਓ ਕੋਈ ਬੰਦਾ ਪੋਸਟਾਂ ਵਗੈਰਾ ਜ਼ਿਆਦਾ ਸ਼ੇਅਰ ਕਰਦਾ ਹੈ, ਤਾਂ ਇਸ ਤਰ੍ਹਾਂ ਦੀਆਂ 2-3 ਸਾਡੇ ਕੋਲ ਰਿਪੋਰਟਾਂ ਨੇ ਕਿ ਪੋਸਟਾਂ ਜ਼ਿਆਦਾ ਸ਼ੇਅਰ ਕਰਨ ਵਾਲਿਆਂ ਨੂੰ ਵੀ ਥਾਣੇ ਸੱਦਿਆ ਗਿਆ। ਮਤਲਬ ਕਿ ਇਹ ਸਾਰਾ ਕੁਝ ਇਹਨਾਂ ਨੇ ਪਲਾਨ ਆਊਟ ਜਿਹੜਾ ਕੀਤਾ ਉਹ ਬਹੁਤ ਜ਼ਬਰਦਸਤ ਤਰੀਕੇ ਨਾਲ ਕੀਤਾ ਹੋਇਆ ਸੀ। ਉੱਥੇ ਸਖਤੀ ਵੇਖਣ ਨੂੰ ਮਿਲੀ ਆ 2 ਦਿਨ, ਉੱਥੇ ਮਤਲਬ ਕਿ ਘਰਾਂ 'ਚ ਵੜੇ ਨੇ, ਪੂਰਾ ਦਹਿਸ਼ਤਜ਼ਦਾ ਮਾਹੌਲ ਹੋਇਆ, ਪਰੰਤੂ ਉਸ ਤੋਂ ਇਲਾਵਾ ਆਮ ਬੰਦਾ ਜਿਹੜਾ ਵਰਕਿੰਗ ਡੇਜ਼ ਦੇ ਵਿੱਚ ਅੱਜ ਕੰਮ ਤੇ ਗਿਆ, ਉਹਦੇ ਲਈ ਕੋਈ ਦਿੱਕਤ ਦੁਸ਼ਵਾਰੀ ਹੈ ਨਹੀਂ ਸੀਗੀ ਜੀ। ਤੇ ਮਿੰਟੂ ਜੀ, ਬਹੁਤ ਸਾਰੀਆਂ ਆਪਾ ਵਿਰੋਧੀ ਖਬਰਾਂ ਆਉਂਦੀਆਂ ਰਹੀਆਂ ਸਾਰਾ ਵੀਕਐਂਡ। ਕਦੇ ਗੱਲ ਆਈ ਕਿ ਅੰਮ੍ਰਿਤਪਾਲ ਸਿੰਘ ਨੂੰ ਗ੍ਰਿਫਤਾਰ ਕਰ ਲਿਆ ਗਿਆ, ਫਿਰ ਗ੍ਰਿਫਤਾਰ ਨਹੀਂ ਕੀਤਾ ਗਿਆ, ਫਿਰ ਇਹ ਸੂਚਨਾ ਆਈ ਕਿ ਜੀ ਅਜੇ ਵੀ ਭਾਲ ਜਾਰੀ ਆ। ਹੁਣ ਕਹਾਣੀ ਕਿੱਥੇ ਖੜੀ ਹੈ ਜੀ? ਕਿਉਂਕਿ ਅੰਮ੍ਰਿਤਪਾਲ ਸਿੰਘ ਦੇ ਚਾਚੇ ਵੱਲੋਂ ਸਰੈਂਡਰ ਕਰ ਦਿੱਤਾ ਗਿਆ। ਕੀ ਅੰਮ੍ਰਿਤਪਾਲ ਸਿੰਘ ਦੀ ਗ੍ਰਿਫਤਾਰੀ ਹੋ ਚੁੱਕੀ ਹੈ? ਇਹਦੀ ਪੁਸ਼ਟੀ ਹੋਈ ਹੈ ਕਿ ਹਲੇ ਦਾਅਵੇ ਹੀ ਚੱਲ ਰਹੇ ਨੇ? ਨਹੀਂ, ਦੇਖੋ, ਮੀਡੀਆ ਨੇ ਬਹੁਤ ਕਾਹਲੀ ਕੀਤੀ ਇਸ ਮੁੱਦੇ ਤੇ। ਫਿਰ ਜੇ ਤੁਸੀਂ ਦੇਖੋਗੇ ਤਾਂ ਕੁਛ ਮਤਲਬ ਕਿ ਰਿਲੈਕਸ ਮੋਡ ਦੇ ਵਿੱਚ ਪੁਲਿਸ ਅਫਸਰ ਵੀ ਇੱਦਾਂ ਆਏ ਕਿ ਜਿੱਦਾਂ ਅੰਮ੍ਰਿਤਪਾਲ ਸਿੰਘ ਨੂੰ ਗ੍ਰਿਫਤਾਰ ਕਰ ਲਿਆ ਗਿਆ। ਇਸ ਤੋਂ ਇਲਾਵਾ ਕੋਰਟ ਦੇ ਵਿੱਚ ਪਟੀਸ਼ਨ ਵੀ ਪੈ ਗਈ ਪੰਜਾਬ ਐਂਡ ਹਰਿਆਣਾ ਹਾਈ ਕੋਰਟ 'ਚ, ਜੇ ਬੰਦਾ ਪੇਸ਼ ਕਰੋ ਜੇ ਤੁਹਾਡੀ ਹਿਰਾਸਤ ਦੇ ਵਿੱਚ, ਉਹਦੇ ਤੇ ਕੱਲ ਨੂੰ ਸੁਣਵਾਈ ਹੋਣੀ ਹੈ। ਪਰ ਸਭ ਤੋਂ ਵੱਡੀ ਗੱਲ ਜਿਹੜੀ ਇਸ ਭੰਬਲ ਭੂਸੇ ਦੇ ਵਿੱਚ ਅੱਜ ਦੁਪਹਿਰੇ ਬਾਬਾ ਚਰਚਾ ਸੀ ਇਹਦੀ ਕਿ ਸ਼ਾਇਦ PC ਕਰ ਸਕਦੀ ਹੈ ਸਰਕਾਰ, ਕਿਉਂਕਿ ਸਰਕਾਰ ਨੇ ਇਸ ਦਰਮਿਆਨ ਕੋਈ PC ਨਹੀਂ ਕੀਤੀ, ਪ੍ਰੈਸ ਕਾਨਫਰੰਸ ਨਹੀਂ ਕੀਤੀ, ਪਰ ਸ਼ਾਮ ਨੂੰ ਇੱਕ PC ਕਰਦੇ ਆ ਮਿਸਟਰ ਧਾਲੀਵਾਲ, ਤਾਂ ਉਹਨਾਂ ਨੇ 2 ਵਾਰੀ ਇੱਕ ਸ਼ਬਦ ਇਸਤੇਮਾਲ ਕੀਤਾ
ਜਿਵੇਂ ਉਹ ਵੈਸੇ ਤੇ ਇੱਕੋ ਸ਼ਬਦ ਆ, ਨਜਿੱਠਿਆ ਤੇ ਨਿਬੇੜਿਆ। ਉਹਨਾਂ ਨੇ ਵਾਰ-ਵਾਰ ਮਾਨ ਸਾਹਿਬ ਨੂੰ ਕ੍ਰੈਡਿਟ ਦਿੰਦਿਆਂ ਕਿਹਾ ਕਿ ਅਸੀਂ ਮਾਮਲਾ ਨਜਿੱਠਿਆ ਤੇ ਨਿਬੇੜਿਆ। ਇਹਦਾ ਮਤਲਬ ਇਹ ਹੁੰਦਾ ਕਿ ਅਸੀਂ ਸਾਰਾ ਕੁਝ ਕਰ ਲਿਆ ਜੀ। ਉੱਥੋਂ ਕਿਤੇ ਨਾ ਕਿਤੇ ਸੰਕੇਤ ਮਿਲਦਾ ਹੈ ਕਿ ਹੋ ਸਕਦਾ ਇੱਕ ਅੱਧ ਦਿਨ 'ਚ, ਦੇਖੋ ਗੱਲ ਕੀ ਚੱਲ ਰਹੀ ਹੈ ਵਿਜੇ ਜੀ, ਕਿ NSA ਲਾਇਆ ਜਾ ਰਿਹਾ, ਨੈਸ਼ਨਲ ਸਿਕਿਉਰਿਟੀ ਐਕਟ ਜਿਹੜਾ ਹੁੰਦਾ ਹੈ ਨਾ, ਉਹਦੇ 'ਚ ਬੰਦੇ ਨੂੰ ਮੈਜਿਸਟ੍ਰੇਟ ਦੇ ਸਾਹਮਣੇ ਪੇਸ਼ ਕਰਨਾ ਜ਼ਰੂਰੀ ਨਹੀਂ ਹੁੰਦਾ। ਫਰਜ਼ ਕਰੋ ਅਮਰਤਪਾਲ ਸਿੰਘ ਨੂੰ ਅਜਨਾਲਾ ਵਾਲੇ ਘਟਨਾਕ੍ਰਮ 'ਚ ਨਾਮਜ਼ਦ ਕਰਦੇ ਤਾਂ ਉਹਨੂੰ ਉੱਥੇ ਪੇਸ਼ ਕਰਨਾ ਪੈਣਾ ਸੀ, ਤਾਂ ਕਸਟਡੀ ਵੀ ਉੱਥੇ ਸ਼ਾਇਦ ਸੂਬੇ 'ਚ ਹੀ ਰਹਿ ਜਾਂਦੀ। ਪਰ ਇਹ NSA ਲਾਉਂਦੇ ਨੇ ਕਿਸੇ ਵੀ ਬੰਦੇ ਤੇ, ਮੈਂ ਮਿਸਾਲ ਦੇ ਤੌਰ ਤੇ ਕਹਿ ਰਿਹਾ, ਤਾਂ ਉਹਨੂੰ ਇੱਥੋਂ ਚੱਕਦੇ ਨੇ। ਜਿੱਦਾਂ ਦਲਜੀਤ ਕਲਸੀ, ਤੁਸੀਂ ਉਹ ਨਾਮ ਸੁਣਿਆ ਹੋਣਾ ਜੀ। ਦਲਜੀਤ ਕਲਸੀ ਨੂੰ ਗੁੜਗਾਉਂ ਤੋਂ ਚੁੱਕਿਆ ਤੇ ਸਿੱਧਾ ਇਹਨਾਂ ਨੇ ਅਸਮ ਦੀ ਡਿਬਰੂਗੜ੍ਹ ਜੇਲ੍ਹ ਦੇ ਵਿੱਚ ਮਾਰਿਆ। ਉਹ ਜਿਹੜਾ ਪ੍ਰਧਾਨ ਮੰਤਰੀ ਬਾਜੇਕੇ ਵਾਲਾ, ਉਹ ਜਿਹੜਾ ਵੀਡੀਓ ਵਗੈਰਾ ਪਾਉਂਦਾ ਹੁੰਦਾ ਸੀ, ਉਹਨੂੰ ਉਹ ਤਾਂ ਖੇਤਾਂ 'ਚ ਚੱਕਿਆ ਤੇ ਸਿੱਧਾ ਡਿਬਰੂਗੜ੍ਹ ਮਾਰਿਆ ਉਹ। ਤਾਂ ਮਤਲਬ ਉਹ ਇਹ ਹੈ ਕਿ ਮੰਨ ਲਓ ਜੇ ਕੱਲ੍ਹ ਨੂੰ ਹੁਣ, ਕਿਉਂਕਿ ਆਪਣੀ ਨਿਗਾਹ ਰਹੇਗੀ ਉੱਥੇ ਸੁਣਵਾਈ ਤੇ ਕਿ ਪੰਜਾਬ ਸਰਕਾਰ ਕੀ ਜਵਾਬ ਦਾਖਲ ਕਰਦੀ ਆ ਅਮਰਤਪਾਲ ਸਿੰਘ ਹੋਰਾਂ ਦੇ ਮੁੱਦੇ ਤੇ, ਤਾਂ ਜੇ ਮੰਨ ਲਓ ਇਹਨਾਂ ਦੀ ਹਿਰਾਸਤ ਦੇ ਵਿੱਚ ਹੈ ਤਾਂ ਫਿਰ ਤਾਂ ਉੱਥੇ ਖੋਲ੍ਹਣੀ ਪਏਗੀ ਗੱਲ। ਤਾਂ ਉੱਥੇ ਕੀ ਹੈ ਕਿ ਹੋ ਸਕਦਾ ਕਿ NSA ਲਾਇਆ ਹੋਵੇ ਜੀ। ਤਾਂ NSA ਨੇ ਹੀ ਇਹ ਭੰਬਲ ਭੂਸਾ ਜਿਹੜਾ ਉਹ ਵੱਡਾ ਕੀਤਾ ਹੋਇਆ। ਤਾਂ ਉੱਧਰੋਂ ਅਮਰਤਪਾਲ ਸਿੰਘ ਦੇ ਘਰ ਵਾਲੇ ਕਹਿੰਦੇ ਨੇ ਕਿ ਅਮਰਤਪਾਲ ਸਿੰਘ ਹਿਰਾਸਤ ਦੇ ਵਿੱਚ ਹੈ, ਇਹ ਪੁਸ਼ਟੀ ਨਹੀਂ ਕਰ ਰਹੇ, ਜਦ ਕਿ ਮੀਡੀਆ ਨੇ ਪਹਿਲਾਂ ਹੀ ਖਬਰਾਂ ਚਲਾ ਦਿੱਤੀਆਂ ਕਿ ਅਮਰਤਪਾਲ ਸਿੰਘ ਗ੍ਰਿਫਤਾਰ ਹੋ ਗਿਆ। ਇਹ ਮਤਲਬ ਕਿ ਜੇ ਤੁਸੀਂ ਦੇਖੋਗੇ ਇੱਕਾ ਦੁੱਕਾ ਚੈਨਲ ਤੇ ਕੱਲ ਰਾਤ ਤੱਕ ਪੋਸਟਾਂ ਪਾਈ ਜਾਂਦੇ ਸੀ ਵੀ ਹੋਈਆਂ। ਇਹ ਸਾਰਾ ਜੋ ਮਤਲਬ ਕਿ ਵਰਤਾਰਾ ਮੀਡੀਆ ਦਾ ਹੈ ਨਾ, ਇਹ ਵੀ ਹੈਰਾਨੀਜਨਕ ਹੈ ਕਿ ਤੁਸੀਂ ਕਿਸੇ ਗੱਲ ਦੀ ਪੁਸ਼ਟੀ ਕੀਤੇ ਬਗੈਰ, ਤਸਦੀਕ ਕੀਤੇ ਬਗੈਰ ਇਸ ਤਰ੍ਹਾਂ ਦੀ ਖਬਰ ਫਲੈਸ਼ ਕਰ ਦਿੰਦੇ ਹੋ। ਹੁਣ ਉਹੀ ਗੱਲ ਹੈ ਵਿਜੇ ਜੀ, ਤੁਸੀਂ ਜਿਹੜੇ NRI ਹੋ ਭੈਣ ਭਾਈ ਜਾਂ ਮੀਡੀਆ ਵਾਲੇ ਹੋ, ਤੁਸੀਂ ਮੀਡੀਆ ਕਰਮੀ ਹੋ, ਤੁਸੀਂ ਕਿੱਥੇ ਜਾ ਕੇ ਦੇਖਣਾ? ਤੁਸੀਂ ਸਾਡੇ ਚੈਨਲਾਂ ਨੂੰ ਆ ਕੇ ਦੇਖਣਾ, ਇੱਥੇ ਜਿਹੜੇ ਖੇਤਰੀ ਚੈਨਲ ਨੇ ਤੁਸੀਂ ਦੇਖਣਾ, ਵੈਬਸਾਈਟਾਂ ਨੂੰ ਜਾਂ ਪੱਤਰਕਾਰਾਂ ਨੂੰ ਫੋਲੋ ਕਰੋਗੇ, ਤੁਸੀਂ ਚੱਕ ਕੇ ਖਬਰ ਉੱਥੇ ਚਲਾਤੀ, ਤੁਸੀਂ ਫਸ ਗਏ ਬਿਲਕੁਲ, ਜਾਂ ਤੁਹਾਡੀ ਕ੍ਰੈਡੀਬਿਲਿਟੀ ਜਿਹੜੀ ਦਾਅ ਤੇ ਲੱਗ ਜਾਏਗੀ। ਸੋ ਇਹ ਜਿਹੜਾ ਸਾਡਾ ਇੱਥੋਂ ਦਾ ਮੀਡੀਆ ਹੈ ਨਾ, ਉਹ ਜ਼ਿਆਦਾ ਨੁਕਸਦਾਰ ਹੈ। ਬਿਲਕੁਲ ਮਿੰਟੂ ਜੀ। ਅੱਛਾ, ਹੁਣ ਇਹ ਵੀ ਗੱਲ ਹੈਗੀ ਆ ਇੱਕ ਜਿਹੜਾ ਬੜਾ ਵਾਜਬ ਸਵਾਲ ਉੱਠਦਾ ਕਿ ਜਿੱਥੇ ਚਲੋ ਮੋਬਾਈਲ ਇੰਟਰਨੈਟ ਹੁਣ ਸਾਰੇ ਪਾਸੇ ਜੇ ਬੰਦ ਕੀਤਾ ਗਿਆ, ਤਾਂ ਜੇਲ੍ਹਾਂ ਦੇ ਵਿੱਚ ਤੁਸੀਂ ਕਿੰਨੀ ਵਾਰ ਇਹ ਗੱਲ ਸਾਂਝੀ ਕਰ ਚੁੱਕੇ ਹੋ ਵੀ ਕੋਈ ਜੈਮਰ ਵਗੈਰਾ ਪ੍ਰੋਪਰ ਉੱਥੇ ਕੀ ਲੱਗੇ ਹੋਏ ਨੇ, ਉਸ ਤਰ੍ਹਾਂ ਦੀ ਉੱਥੇ ਇਨਫਰਾਸਟ੍ਰਕਚਰ ਹੈ ਨਹੀਂ। ਹੁਣ ਜਿਹੜਾ ਇਹ ਸਵਾਲ ਹੈ ਕਿ ਜਿਹੜੀ ਇਹ ਪਾਲਿਸੀ ਹੈ, ਇਸ ਨੂੰ ਮੂਵਿੰਗ ਫਾਰਵਰਡ ਲਾਗੂ ਰੱਖਣਾ ਚਾਹੀਦਾ ਵੀ ਜੇਲ੍ਹਾਂ ਦੇ ਵਿੱਚ ਵੀ ਇੰਟਰਨੈਟ ਬੰਦ ਹੋਵੇ। ਫਿਰ ਬਿਲਕੁਲ ਜੇਲ੍ਹਾਂ ਦੇ ਵਿੱਚ ਤੇ ਮੋਬਾਈਲ ਹੀ ਬੰਦ ਕਰਾ ਲੈਣੇ, ਮੋਬਾਈਲ ਬੰਦ ਮੋਬਾਈਲ ਹੀ ਬੰਦ ਕਰਾ ਲਓ। ਦੂਜੀ ਗੱਲ ਹੈ ਕਿ ਦੇਖੋ ਭਾਰਤੀ ਜਨਤਾ ਪਾਰਟੀ ਨੇ ਅਮਰਤਪਾਲ ਸਿੰਘ ਦੇ ਮੁੱਦੇ ਤੇ, ਮੈਂ ਕੇਂਦਰ ਦੀ ਗੱਲ ਕਰ ਰਿਹਾ, ਕਿ ਜਿਸ ਤਰ੍ਹਾਂ ਦਾ ਇਹ ਐਕਸ਼ਨ ਕੀਤਾ ਹੈ, ਇਹਦੇ ਵਿੱਚ ਬੜੀ ਉਹਨਾਂ ਦੀ ਰਣਨੀਤਿਕ ਪੈਂਤੜੇਬਾਜ਼ੀ ਨਜ਼ਰ ਆਉਂਦੀ ਹੈ ਕਿ ਪਹਿਲਾਂ ਅਮਰਤਪਾਲ ਸਿੰਘ ਨੂੰ ਮੇਨ ਸਟ੍ਰੀਮ ਮੀਡੀਆ ਜਿਹੜਾ ਨੈਸ਼ਨਲ ਲੈਵਲ ਦਾ, ਉਹਦੇ 'ਚ ਬਹੁਤ ਜ਼ਿਆਦਾ ਕਵਰ ਕਰਵਾਇਆ ਗਿਆ ਜੀ, ਤੇ 5-7 ਰਾਜਾਂ ਦਾ ਇਲੈਕਸ਼ਨ ਆਉਣ ਵਾਲਾ ਹੈ, ਗਾਂ ਇਹਨਾਂ ਦਾ 2024 ਵਾਲਾ ਇਲੈਕਸ਼ਨ ਆਉਣ ਵਾਲਾ। ਫਿਰ ਇਹਨਾਂ ਨੇ ਇੱਦਾਂ ਦਾ ਲੱਗਦਾ ਕਿ ਜਿੱਦਾਂ ਅੱਗੇ ਲੱਗ ਕੇ ਸਾਰਾ ਕੁਛ ਆਪ ਕੀਤਾ ਹੋਏਗਾ। ਪਰੰਤੂ ਸਭ ਤੋਂ ਵੱਡੀ ਗੱਲ ਇਹ ਆ ਕਿ ਜੇ ਆਪਾਂ ਅੱਜ ਦੀ ਤਾਰੀਖ ਦੇ ਵਿੱਚ ਗੱਲ ਕਰੀਏ ਕਿ ਇਹਨਾਂ ਦੀ ਜਿਹੜੀ ਕੋਰ ਫਿਲਾਸਫੀ ਹੈ ਉਹ ਅਖੰਡ ਭਾਰਤ, ਉਹਦੇ ਉੱਤੇ ਹੀ ਚੱਲਦੇ ਨੇ RSS ਜਾਂ, ਤਾਂ ਅੱਜ ਹੀ ਨਰਿੰਦਰ ਸ਼ਾਸਤਰੀ ਜਿਹੜਾ ਵਗੇਸ਼ਵਰ ਦਾ ਹਮਾਲਾ ਹੈ, ਉਹਨੇ ਹਿੰਦੂ ਰਾਸ਼ਟਰ ਦਾ ਫਿਰ ਜ਼ਿਕਰ ਕੀਤਾ ਹੈ। ਹਿੰਦੂ ਰਾਸ਼ਟਰ ਦਾ, ਹਾਲਾਂਕਿ ਵਾਇਲੈਂਸ ਦਾ ਕੋਈ ਉਹਦੇ 'ਚ ਹੈ ਨਹੀਂਗਾ, ਪਰੰਤੂ ਗੱਲ ਇਹ ਆ ਕਿ ਇਹ ਹੁਣ ਇੱਥੇ ਵੀ ਸਵਾਲ, ਜਿਵੇਂ ਤੁਹਾਡਾ ਸਵਾਲ ਹੈ ਉਹਦੇ ਵਿੱਚੋਂ ਵੀ ਸਵਾਲ ਨਿਕਲੇਗਾ ਕਿ ਜੇਕਰ ਇੱਕ ਪਾਸੇ ਤੁਸੀਂ ਇਸ ਤਰ੍ਹਾਂ ਦਾ ਮੈਸੇਜ ਦੇਣ ਦਾ ਯਤਨ ਕਰਦੇ ਹੋ ਕਿ ਅਸੀਂ ਅਖੰਡ ਭਾਰਤ ਵਾਲੇ ਫਾਰਮੂਲੇ ਤੇ ਚੱਲ ਰਹੇ ਹਾਂ, ਤਾਂ ਅਸੀਂ ਸਪਰੈਸ ਕਰਾਂਗੇ ਜੇ ਕੋਈ ਇਸ ਤਰ੍ਹਾਂ ਦੀ ਮੂਵਮੈਂਟ ਚੱਲਦੀ ਹੈ। ਵੈਸੇ ਅਮਿਤ ਸ਼ਾਹ ਦਾ ਤਾਂ ਆਫੀਸ਼ੀਅਲੀ ਬਿਆਨ ਹੀ ਆ ਗਿਆ ਸੀਗਾ। ਤਾਂ ਇਸ ਤਰ੍ਹਾਂ ਦੇ ਫਿਰ ਜਿਹੜੇ ਸਟੇਟਮੈਂਟ ਆਉਂਦੇ ਨੇ, ਤੁਹਾਨੂੰ ਉਹ ਵੀ ਰੱਦ ਕਰਨੇ ਚਾਹੀਦੇ, ਉਹਨਾਂ ਦਾ ਵੀ ਖੰਡਨ ਕਰਨਾ ਚਾਹੀਦਾ, ਕਿਉਂਕਿ ਇੱਥੋਂ ਹੀ ਫਰਕ ਪੈਂਦਾ ਹੈ, ਇੱਥੋਂ ਹੀ ਇਹਨਾਂ ਚੀਜ਼ਾਂ ਦੇ ਵਿੱਚ ਵਾਧਾ ਹੁੰਦਾ ਹੈ, ਇਹੀ ਦੂਰੀਆਂ ਵਧਾਉਂਦੇ ਆ। ਤਾਂ ਤੁਹਾਨੂੰ ਇਹਨਾਂ ਬੰਦਿਆਂ ਦੇ ਖਿਲਾਫ ਵੀ ਕੁਛ ਨਾ ਕੁਛ ਕਰਨਾ ਪਊਗਾ, ਚਾਹੇ ਚੇਤਾਵਨੀ ਦਿਓ, ਚਾਹੇ ਕੇਸ ਰਜਿਸਟਰਡ ਕਰੋ, ਕਿਉਂਕਿ ਇੱਥੋਂ ਜਦੋਂ ਇੱਕ ਨਾਰਾ ਚੱਲਦਾ ਫਿਰ ਦੂਸਰੇ ਪਾਸਿਓਂ ਵੀ ਚੱਲੂਗਾ, ਔਰ ਦੂਸਰੇ ਪਾਸੇ ਜ਼ਿਆਦਾ ਜ਼ੋਰਦਾਰ ਤਰੀਕੇ ਨਾਲ ਚੱਲੇਗਾ। ਤੇ ਇਸ ਪਾਸੇ ਵੀ ਧਿਆਨ ਦੇਣ ਦੀ ਜ਼ਰੂਰਤ ਹੈ ਕਿ ਇੰਟਰਨੈਟ ਅੱਜ ਤੁਸੀਂ ਜਨਤਾ ਦਾ ਤਾਂ ਬੰਦ ਕਰ ਦਿੱਤਾ, ਪਰ ਤੁਹਾਡੇ ਕੋਲ ਜੇਲ੍ਹਾਂ 'ਚ ਜੈਮਰ ਨਹੀਂ ਲੱਗ ਸਕੇ। ਮਿੰਟੂ ਜੀ, ਉਧਰ ਸਿੱਧੂ ਮੂਸੇਵਾਲੇ ਦੀ ਬਰਸੀ ਦੇ ਮੌਕੇ ਸਿੱਧੂ ਮੂਸੇਵਾਲੇ ਦੇ ਪਿਤਾ ਜੀ ਵੱਲੋਂ ਸਰਕਾਰ ਦੇ ਉੱਪਰ ਬੜੇ ਸਖਤ ਸਵਾਲ ਚੁੱਕੇ ਗਏ ਨੇ, ਕੀ ਕੁਝ ਕਿਹਾ ਜੀ ਉਹਨਾਂ ਨੇ?
ਦੇਖੋ ਸਵਾਲ ਉਹਨਾਂ ਨੇ ਬਹੁਤ ਚੱਕੇ ਨੇ। ਸਰਕਾਰ ਜਾਂ ਮੁੱਖ ਮੰਤਰੀ ਸਾਹਿਬ ਦੇ ਮੀਡੀਆ ਸਲਾਹਕਾਰ, ਉਹਨਾਂ ਸਾਰਿਆਂ ਦਾ ਨਾਮ ਲਿਆ, ਪਹਿਲੀ ਵਾਰੀ ਸਟੇਜ ਤੇ ਮੁਰਦਾਬਾਦ ਵੀ ਕਿਹਾ, ਇੱਥੋਂ ਤੱਕ ਦੋਸ਼ ਲਾਇਆ ਕਿ ਦੇਖੋ ਇਹਨਾਂ ਨੇ ਜਿਹੜਾ ਅਮਰਤਪਾਲ ਸਿੰਘ ਦੇ ਖਿਲਾਫ ਐਕਸ਼ਨ ਉਹ ਲਿਖਿਆ, ਦਰਅਸਲ ਸਾਡੇ ਬਰਸੀ ਦੇ ਸਮਾਗਮ ਨੂੰ ਫੇਲ ਕਰਨ ਵਾਸਤੇ ਇਹਨਾਂ ਨੇ ਕਿਹਾ ਵੀ ਇਹ ਸਾਰਾ ਕੁਝ ਜਿਹੜਾ ਫੇਲ ਕਰ ਦਿੱਤਾ ਜਾਵੇ। ਦੂਜੀ ਗੱਲ ਉਹ ਕਹਿੰਦੇ ਕਿ ਇੰਟਰਨੈਟ ਬੰਦ ਕਰਕੇ ਤੇ ਇਹਨਾਂ ਨੇ ਸਾਨੂੰ ਬਿਲਕੁਲ ਢਾਹ ਲਾਉਣ ਦਾ ਯਤਨ ਕੀਤਾ ਹੈ। ਤੇ ਉਹ ਕਹਿੰਦੇ ਸੀਗੇ ਕਿ ਇਉਂ ਲੱਗਦਾ ਕਿ ਜਿੱਦਾਂ ਅੱਜ ਦੂਜੀ ਵਾਰ ਸਾਡਾ ਪੁੱਤ ਮਰਿਆ ਹੋਵੇ। ਦੇਖੋ ਕਿੰਨੇ ਦੁੱਖ ਚ ਸੀਗੇ ਉਹ ਜੀ। ਤੇ ਇਕੱਠ ਭਰਵਾਂ ਸੀਗਾ, ਐਸੀ ਗੱਲ ਨਹੀਂ ਹੈ ਕਿ ਇੱਥੇ ਮਾਹੌਲ ਯਕਦਮ ਖਰਾਬ ਹੋ ਗਿਆ ਥੋੜਾ। ਫਿਰ ਉਸ ਤੋਂ ਬਾਅਦ ਮੌਸਮ ਵੀ ਖਰਾਬ ਸੀਗਾ, ਮਨ ਤੇ ਸਭ ਦਾ ਆਵਾਜ਼ਾਰ ਸੀਗਾ ਹੀ ਸੀਗਾ। ਇਹ ਨਹੀਂ ਹੈ ਕਿ ਉੱਥੇ ਇਕੱਠ ਨਹੀਂ ਹੋਇਆ, ਇਕੱਠ ਭਰਵਾਂ ਸੀਗਾ। ਪਰ ਹੋਇਆ ਕਿ ਬੜਾ ਮੈਂ ਸਮਝਦਾ ਕਿ ਵਿਚਿੱਤਰ ਜਿਹਾ ਵਰਤਾਰਾ ਨਜ਼ਰ ਆਉਂਦਾ ਕਿ ਜਿਸ ਮੂਸੇ ਵਾਲੇ ਦੇ ਬੁੱਤ ਦੇ ਆਲੇ ਦੁਆਲੇ ਹਮੇਸ਼ਾ ਕੈਮਰੇ ਘੁੰਮਦੇ ਸੀਗੇ, ਉਹ ਫਿਰ ਮੀਡੀਆ ਵਾਲੇ ਕੈਮਰੇ ਜ਼ਿਆਦਾਤਰ ਇੱਧਰ ਹੀ ਘੁੰਮਦੇ ਰਹੇ। ਕਿਉਂ? ਕਿਉਂਕਿ ਖਬਰ ਜ਼ਿਆਦਾ ਸੁਣੀ ਜਾ ਰਹੀ ਸੀ, ਜ਼ਿਆਦਾ ਦੇਖੀ ਜਾ ਰਹੀ ਸੀ, ਵਰਲਡ ਵਾਈਡ ਲੋਕ ਜ਼ਿਆਦਾ ਜਗਿਆਸੂ ਸਨ ਇਸ ਪ੍ਰਤੀ, ਤਾਂ ਉਹ ਦਰਕਿਨਾਰ ਕਰ ਦਿੱਤੀ ਗਈ, ਜ਼ਿਆਦਾ ਕਵਰੇਜ ਨਹੀਂ ਹੋਈ। ਹਾਲਾਂਕਿ ਕਵਰੇਜ ਹੋਈ ਆ, ਕੁਝ ਅਦਾਰਿਆਂ ਨੇ ਕੀਤੀ ਆ। ਤਾਂ ਇਹਨਾਂ ਨੇ ਸਰਕਾਰ ਤੇ ਸਵਾਲ ਚੁੱਕੇ, ਹਾਲਾਂਕਿ ਕੋਈ ਪ੍ਰੋਗਰਾਮ ਤੇ ਠੋਸ ਤੌਰ ਤੇ ਨਹੀਂ ਉਹ ਲਿਖਿਆ, ਪਰ ਇੰਟਰਵਿਊ ਵਗੈਰਾ ਜਿਹੜੀ ਸੀਗੀ ਉਹਦਾ ਹਵਾਲਾ ਦਿੱਤਾ ਕਿ ਸਾਡੀ ਤਾਂ ਇੱਕ ਤਰ੍ਹਾਂ ਨਾਲ ਦੁਨੀਆ ਦੁਬਾਰਾ ਉਜੜੀ ਹੈ ਜੋ ਕੁਝ ਅਸੀਂ ਦੇਖ ਰਹੇ ਹਾਂ। ਤਾਂ ਮੰਗ ਉਹਨਾਂ ਨੇ ਇਹੀ ਕੀਤੀ ਹੈ ਕਿ ਬਈ ਜਿਹੜੇ ਰਸੂਖਦਾਰ ਨੇ ਜਾਂ ਜਿਨ੍ਹਾਂ ਦੇ ਅਸੀਂ ਨਾਮ ਲੈਂਦੇ ਹਾਂ ਉਹਨਾਂ ਤੇ ਪਰਚੇ ਦਰਜ ਕਰਕੇ ਉਹਨਾਂ ਨੂੰ ਕੇਸ 'ਚ ਸ਼ਾਮਲ ਕੀਤਾ ਜਾਵੇ। ਪਰ ਬਰਸੀ ਜਿਹੜੀ ਮਤਲਬ ਕਿ ਬਹੁਤ ਜ਼ਿਆਦਾ ਚਰਚਿਤ ਸੀਗੀ, ਅਮਰਤਪਾਲ ਸਿੰਘ ਦੇ ਖਿਲਾਫ ਵੱਡੀ ਕਾਰਵਾਈ ਕਰਕੇ ਉਹ ਕੁਝ ਹੱਦ ਤੱਕ ਕਹਿ ਲਈਏ ਕਿ ਚਰਚਾ 'ਚੋਂ ਥੋੜੀ ਬਾਹਰ ਜ਼ਰੂਰ ਹੋਈ ਆ, ਪਰ ਉਹਦੀ ਚਰਚਾ ਇਹ ਨਹੀਂ ਹੈ ਕਿ ਹੋਈ ਨਹੀਂ ਹੈ। ਸਿੱਧੂ ਦੇ ਮਾਪਿਆਂ ਦੀ ਗੱਲ ਜਿਹੜੀ ਆ ਉਹ ਦੁਨੀਆ ਨੇ ਸੁਣੀ ਆ ਤੇ ਦੁਨੀਆ ਤੱਕ ਪਹੁੰਚੀ ਵੀ ਆ ਕੁਛ ਹੱਦ ਤੱਕ ਜੀ। ਮਿੰਟੂ ਜੀ, ਇੱਧਰ ਮੰਤਰੀ ਜਿਹੜੇ ਅਨਮੋਲ ਗਗਨ ਮਾਨ ਸਮੇਤ ਕਈਆਂ ਤੇ ਦੋਸ਼ ਤੈਅ ਕੀਤੇ ਗਏ ਨੇ, ਕਿਹੜਾ ਮਾਮਲਾ ਜੀ ਇਹ? ਦੇਖੋ, ਇਹ ਕੈਬਨਿਟ ਮੰਤਰੀ ਅਨਮੋਲ ਗਗਨ ਮਾਨ ਸਮੇਤ 9 ਨੇਤਾਵਾਂ ਤੇ ਇਹ ਦੋਸ਼ ਜਿਹੜੇ ਤੈਅ ਕੀਤੇ ਗਏ। ਇਹ ਨਾਮ ਹੈਗੇ ਆ ਅਮਨ ਅਰੋੜਾ, ਕੈਬਨਿਟ ਵਜ਼ੀਰ ਹੈ ਵੀ, ਇਹਨਾਂ ਦਾ ਵੈਸੇ ਭਾਰ ਥੋੜਾ ਜਿਹਾ ਹੌਲਾ ਕਰ ਦਿੱਤਾ ਗਿਆ ਬੀਤੇ ਦਿਨੀ, ਮਤਲਬ ਕਿ ਮੰਤਰਾਲੇ ਬਦਲ ਲਏ ਜੀ। ਜਰਨੈਲ ਸਿੰਘ ਮਾਸਟਰ, ਬਲਦੇਵ ਸਿੰਘ, ਸਰਬਜੀਤ ਕੌਰ ਮਾਨੂਕੇ, ਕੁਲਵੰਤ ਪੰਡੋਰੀ, ਜੈ ਕਿਸ਼ਨ ਅਰੋੜੀ, ਮਨਜੀਤ ਸਿੰਘ ਤੇ ਜਰਨੈਲ ਸਿੰਘ ਸ਼ਾਮਲ ਆ। ਇਹਨਾਂ ਦੇ ਵਿੱਚ ਇੱਕ ਜਰਨੈਲ ਸਿੰਘ ਤੇ ਆਪਾਂ ਨੂੰ ਪਤਾ ਹੀ ਹੈ ਨਾ, ਉਹ ਤਾਂ ਹੁਣ ਸੰਸਾਰ 'ਚ ਹੈ ਨਹੀਂਗੇ। ਤਾਂ ਇਹਨਾਂ ਦੇ ਸਾਰਿਆਂ ਦੇ ਖਿਲਾਫ ਇਹ ਦੋਸ਼ ਜਿਹੜੇ ਆ ਉਹ ਤੈਅ ਕੀਤੇ ਗਏ ਆ। ਇਹ ਮਸਲਾ ਹੈ ਅਕਤੂਬਰ 2021 ਦਾ। ਇਹਨਾਂ ਨੇ ਪ੍ਰਦਰਸ਼ਨ ਦੇ ਦੌਰਾਨ ਦੱਸਦੇ ਕਿ ਚੰਡੀਗੜ੍ਹ ਪੁਲਿਸ ਦੇ ਨਾਲ ਝੜਪ ਕੀਤੀ ਸੀਗੀ, ਜਿਸ ਤੋਂ ਬਾਅਦ ਹੁਣ ਇਹ ਦੋਸ਼ ਜਿਹੜੇ ਆ ਚਾਰਜਸ ਫਰੇਮ ਹੋ ਗਏ। ਚਾਰਜਸ ਫਰੇਮ ਹੋਣ ਦਾ ਮਤਲਬ ਇਹ ਹੈ ਕਿ ਹੁਣ ਟ੍ਰਾਇਲ ਚੱਲੇਗਾ। ਤਾਂ ਅਗਲੀ ਸੁਣਵਾਈ ਜਿਹੜੀ ਆ 11 ਅਪ੍ਰੈਲ ਤੋਂ ਸ਼ੁਰੂ ਹੋਏਗੀ। ਤਾਂ ਇਹ ਕਹਿ ਸਕਦੇ ਹਾਂ ਕਿ ਦੇਖੋ, ਇਹ ਚੰਡੀਗੜ੍ਹ ਦਾ ਮਸਲਾ ਸੀਗਾ, ਨਹੀਂ ਤਾਂ ਆਮ ਤੌਰ ਤੇ ਆਪਾਂ ਦੇਖਦੇ ਹਾਂ ਕਿ ਜਿਹੜੇ ਇਸ ਤਰ੍ਹਾਂ ਦੇ ਰਸੂਖਦਾਰ ਹੁੰਦੇ ਨੇ, ਜਦੋਂ ਪਾਵਰਫੁਲ ਹੋ ਜਾਂਦੇ ਨੇ, ਜਦੋਂ ਸੱਤਾ 'ਚ ਆ ਜਾਂਦੇ ਨੇ, ਤਾਂ ਉਹਨਾਂ ਦੇ ਖਿਲਾਫ ਕਿੰਨੀ ਦੇਰ ਪਹਿਲਾਂ ਤੇ ਜਾਂਚ ਪੜਤਾਲ ਨਹੀਂ ਪੂਰੀ ਹੁੰਦੀ। ਜਾਂਚ ਪੜਤਾਲ ਪੂਰੀ ਹੋ ਜਾਵੇ ਤੇ ਚਲਾਨ ਨਹੀਂ ਪੇਸ਼ ਹੁੰਦਾ, ਚਾਰਜਸ ਫਰੇਮ ਨਹੀਂ ਹੁੰਦੇ ਜੀ। ਪਰ ਇੱਥੇ ਕਿਉਂਕਿ ਚੰਡੀਗੜ੍ਹ ਪ੍ਰਸ਼ਾਸਨ ਸੀ ਤੇ ਵੈਸੇ ਹੀ ਤੁਹਾਨੂੰ ਪਤਾ ਚੰਡੀਗੜ੍ਹ ਪ੍ਰਸ਼ਾਸਨ ਦਾ ਪ੍ਰਸ਼ਾਸਕ ਗਵਰਨਰ, ਤੇ ਗਵਰਨਰ ਦੇ ਨਾਲ ਤੇ ਉਦਾਂ ਹੀ ਇਹਨਾਂ ਦੀ ਮੁਹੱਬਤ ਕੁਝ ਜ਼ਿਆਦਾ ਹੀ ਆ। ਤਾਂ ਖੈਰ, ਚੰਡੀਗੜ੍ਹ ਹੋਣ ਕਰਕੇ ਇਹ ਜਲਦੀ ਮਾਮਲਾ ਜਿਹੜਾ ਇੱਥੋਂ ਤੱਕ ਪਹੁੰਚਿਆ। ਹੁਣ ਆਉਣ ਵਾਲੇ ਸਮੇਂ 'ਚ ਵੇਖੋ ਕੀ ਬਣਦਾ ਹੈ ਜੀ। ਤੇ ਮਿੰਟੂ ਜੀ, ਹੁਣ FIR ਇੱਕ ਹੋਰ ਦਰਜ ਕੀਤੀ ਗਈ ਹੈ ਸਲਮਾਨ ਖਾਨ ਨੂੰ ਮਿਲੀ ਧਮਕੀ ਦੇ ਸੰਬੰਧ ਵਿੱਚ। ਕੀ ਉਹੀ ਧਮਕੀ ਹੈ ਜਿਹੜੀ ਕਿ ਇੰਟਰਵਿਊ ਦੇ ਵਿੱਚ ਲਾਰੈਂਸ ਬਿਸ਼ਨੋਈ ਨੇ ਸਲਮਾਨ ਖਾਨ ਪ੍ਰਤੀ ਦੁਹਰਾਈ ਸੀ, ਜਾਂ ਕੋਈ ਨਵਾਂ ਮਾਮਲਾ ਸਾਹਮਣੇ ਆ ਗਿਆ ਹੈ? ਦੇਖੋ, ਗੱਲ ਕੀ ਹੈ ਕਿ ਉਸ ਧਮਕੀ ਦਾ ਤਾਂ ਕਿਸੇ ਨੇ ਨੋਟਿਸ ਹੀ ਨਹੀਂ ਲਿਆ। ਲਾਰੈਂਸ ਨੇ ਸਿੱਧੀ ਧਮਕੀ ਦਿੱਤੀ ਸੀ ਕਿ ਭਾਈ ਜਾਂ ਤਾਂ ਮਾਫੀ ਮੰਗ ਲਾ ਸਾਡੇ ਮੰਦਿਰ ਦੇ ਵਿੱਚ ਜਾ ਕੇ। ਕਿਉਂਕਿ ਦੇਖੋ, ਇਹਨਾਂ ਦਾ ਜਿਹੜਾ ਬਿਸ਼ਨੋਈ ਸਮਾਜ ਹੈ ਨਾ, ਵਾਕਿਆ ਜਿਹੜੀ ਉਹ ਗੱਲ ਕਰ ਰਿਹਾ ਉਹ ਦਰੁਸਤ ਆ। ਇਸ ਤਰ੍ਹਾਂ ਦੀ ਜੀਵ ਹੱਤਿਆ ਦੇ ਬਹੁਤ ਜ਼ਿਆਦਾ ਮਤਲਬ ਕਿ ਵਿਰੋਧੀ ਨੇ। ਇਹਦਾ ਸ਼ਿਕਾਰ ਗੈਰ ਨੂੰ ਸ਼ਿਕਾਰ ਕਰਦੇ ਨੇ। ਤਾਂ ਸਾਡੇ ਮਤਲਬ ਕਿ ਏਰੀਏ ਦੇ ਉੱਤਲੇ ਪਾਸੇ ਇਹਨਾਂ ਦੀ ਸੈਂਚੁਰੀ ਸ਼ੁਰੂ ਹੋ ਜਾਂਦੀ ਹੈ ਜੀ, ਤਾਂ ਉਹ ਬਹੁਤ ਵੱਡੀ ਸੈਂਚੁਰੀ ਹੈ। ਤਾਂ ਖੈਰ, ਉਹ ਮਸਲਾ ਜਿਹੜਾ ਸੀਗਾ ਉਹ ਤਾਂ ਨੋਟਿਸ ਲਿਆ ਹੀ ਨਹੀਂ ਗਿਆ ਕਿ ਕੋਈ ਮਾਮਲਾ ਜਾਂ ਕੁਝ ਵੀ ਹੋਇਆ। ਕੀ ਆ ਕਿ ਇੱਕ ਈਮੇਲ ਜਿਹੜਾ ਹੈ ਉਹ ਸਲਮਾਨ ਖਾਨ ਦੀ ਟੀਮ ਤੱਕ ਪਹੁੰਚਦਾ ਵਾ, ਜਿਹਦੇ ਵਿੱਚ ਕਿਸੇ ਰੋਹਿਤ ਦਾ ਜ਼ਿਕਰ ਹੈ। ਉਹ ਕਹਿੰਦਾ ਹੈ ਕਿ ਬਾਈ ਇੱਕ ਵਾਰੀ ਆਪਦੇ ਸਲਮਾਨ ਬੌਸ ਨੂੰ ਦੱਸ ਦੇ ਤੇ ਅਗਲੀ ਵਾਰੀ ਨਹੀਂ ਤਾਂ ਫਿਰ ਸਿੱਧਾ ਐਕਸ਼ਨ ਹੋਊਗਾ, ਕੋਈ ਸਾਡੇ ਨਾਲ ਗੱਲ ਕਰ ਲਾ। ਤੇ ਉਹਦੇ ਤੋਂ ਬਾਅਦ ਹੁਣ FIR ਜਿਹੜੀ ਹੈ ਇਹਨਾਂ ਨੇ ਰਜਿਸਟਰਡ ਕੀਤੀ ਆ। ਖਬਰਾਂ ਤੇ ਇਹ ਕਹਿ ਰਹੀਆਂ ਨੇ ਕਿ ਲਾਰੈਂਸ ਅਤੇ ਗੋਲਡੀ ਦੇ ਖਿਲਾਫ
ਇਹ FIR ਜਿਹੜੀ ਦਰਜ ਕੀਤੀ ਗਈ ਆ। ਤਾਂ ਤੁਸੀਂ ਦੇਖੋ ਕਿ ਜਦੋਂ ਤੱਕ ਈਮੇਲ ਨਹੀਂ ਚਲਾ ਗਿਆ ਉਦੋਂ ਤੱਕ ਕਿਸੇ ਨੇ ਨੋਟਿਸ ਨਹੀਂ ਲਿਆ ਜੀ। ਹੁਣ ਈਮੇਲ ਕਰਨ ਵਾਲਾ ਕੀ ਇਹਨਾਂ ਦਾ ਕੋਈ ਸਾਥੀ ਹੈ, ਜਾਂ ਕਈ ਵਾਰ ਅੱਜ ਆਪਾਂ ਕਿੰਨੇ ਮਾਮਲੇ ਦੇਖੇ ਅੱਜ ਤੱਕ ਕਿ ਜਿਹਦੇ 'ਚ ਕਈ ਵਾਰ ਕੀ ਹੁੰਦਾ ਕਿ ਆਪਣੇ ਫੋਲੋਅਰ ਵਧਾਉਣ ਲਈ ਇਹ ਕਰ ਲੈਂਦੇ ਨੇ ਇਹੋ ਜਿਹਾ ਕੰਮ। ਕਈ ਵਾਰ ਸੰਕੀ ਟਾਈਪ ਲੋਕ ਜਿਹੜੇ ਹੁੰਦੇ ਨੇ, ਰਾਜਸਥਾਨ ਦੇ ਵਿੱਚੋਂ ਜਿਹੜੇ ਨੇ ਮੂਸੇਵਾਲੇ ਦੇ ਫਾਦਰ ਨੂੰ ਧਮਕਾਇਆ ਸੀ, ਉਹ ਮਹਿਜ਼ 14 ਸਾਲਾਂ ਦਾ ਸੀਗਾ। ਤਾਂ ਇਹ ਹੁਣ ਇਨਵੈਸਟੀਗੇਸ਼ਨ ਦਾ ਵਿਸ਼ਾ ਹੈ ਕਿ ਕੀ ਕੋਈ ਵਾਕਿਆ ਇਹਨਾਂ ਦਾ ਸਾਥੀ ਸੀਗਾ ਜਾਂ ਫਿਰ ਉਹਨੇ ਚੱਕ ਕੇ ਉਸੇ ਤਰ੍ਹਾਂ ਹੀ, ਜਿਵੇਂ ਅੱਗੇ ਆਪਾਂ ਕਈ ਮਾਮਲੇ ਦੇਖੇ ਆ ਇਸ ਤਰ੍ਹਾਂ ਹੀ ਈਮੇਲ ਜਿਹੜਾ, ਕਿਉਂਕਿ ਅੱਜ ਕੱਲ੍ਹ ਤੁਹਾਨੂੰ ਪਤਾ ਨੇ ਇਸ ਤਰ੍ਹਾਂ ਦੇ ਜਿਹੜੇ ਐਡਰੈਸ ਹੁੰਦੇ ਨੇ, ਈਮੇਲ ਐਡਰੈਸ ਹੋਇਆ ਜਾਂ ਕੁਝ ਹੋਰ, ਉਹ ਸਾਰਾ ਇੰਟਰਨੈਟ ਤੇ ਉਪਲਬਧ ਹੁੰਦਾ ਜੀ। ਤਾਂ ਕੀ ਇਸ ਤੇ ਚੱਲਦਿਆਂ ਹੋਇਆ ਜਾਂ ਵਾਕਿਆ ਇਸੇ ਚੀਜ਼ ਦਾ ਹਿੱਸਾ ਸੀ? ਵੈਸੇ ਉੱਦਾਂ ਅੱਗੇ ਜਦੋਂ ਗ੍ਰਿਫਤਾਰੀਆਂ ਹੋਈਆਂ ਨੇ ਤਾਂ ਦੱਸਦੇ ਕਿ ਇਹਦਾ ਜਿਹੜਾ ਬਹੁਤ ਕਰੀਬੀ ਹੈ ਸੰਪਤ ਮਹਿਰਾ, ਜਿਹੜਾ ਕਿ ਰਾਈਟ ਹੈਂਡ ਹੈ, ਦੱਸਦੇ ਕਿ ਬਹੁਤ ਨੇੜੇ ਪਹੁੰਚ ਗਿਆ ਸੀਗਾ ਇੱਕ ਵਾਰੀ ਟਾਰਗੇਟ ਦੇ, ਯਾਨੀ ਸਲਮਾਨ ਖਾਨ ਦੇ। ਇਹਨਾਂ ਨੇ ਇੱਕ ਦੋ ਵਾਰੀ ਟਰਾਈ ਜ਼ਰੂਰ ਕੀਤੀ ਹੈ। ਤਾਂ ਮੇਰੇ ਖਿਆਲ ਦੇ ਨਾਲ ਸਲਮਾਨ ਖਾਨ ਦੀ ਟੀਮ ਨੂੰ ਜਾਂ ਸਲਮਾਨ ਖਾਨ ਦੀ ਸਿਕਿਉਰਿਟੀ ਨੂੰ ਅਲਰਟ ਰਹਿਣ ਦੀ ਜ਼ਰੂਰਤ ਹੈ, ਔਰ ਖਾਸ ਤੌਰ ਤੇ ਮਹਾਰਾਸ਼ਟਰ ਸਰਕਾਰ ਨੂੰ ਵੀ, ਕਿਉਂਕਿ ਜਿਸ ਤਰ੍ਹਾਂ ਉਹ ਸੈਂਟੀਮੈਂਟ ਉੱਭਰਦਾ ਹੈ ਜੀ, ਜਿਸ ਤਰ੍ਹਾਂ ਇੱਕ ਭਾਈਚਾਰੇ ਦੇ ਵਿੱਚ ਵੀ ਉਹ ਛਵੀ ਦਾ ਮਸਲਾ ਹੋ ਜਾਂਦਾ ਹੈ ਨਾ ਕਿ ਟਲਣਗੇ ਨਹੀਂ, ਜਿੱਥੇ ਵੀ ਦਾ ਲੱਗੇਗਾ ਇਹ ਦਾ ਲਾਉਣ ਦਾ ਯਤਨ ਜ਼ਰੂਰ ਕਰਨਗੇ। ਚਿੰਤਾਜਨਕ ਗੱਲ ਹੈ ਮਿੰਟੂ ਜੀ। ਅੱਛਾ, ਇੱਕ ਇਹ ਵੀ ਦੱਸਿਓ, ਰਾਹੁਲ ਗਾਂਧੀ ਤੇ ਵੀ ਕੇਂਦਰ ਨੇ ਸ਼ਿਕੰਜਾ ਕੱਸਿਆ ਜੀ, ਪੁਲਿਸ ਪਹੁੰਚੀ ਰਾਹੁਲ ਗਾਂਧੀ ਦੀ ਰਿਹਾਇਸ਼ ਤੇ, ਕੀ ਵੇਰਵਾ ਜੀ, ਕੀ ਚੱਲ ਰਿਹਾ ਉੱਥੇ? ਦੇਖੋ, ਰਾਹੁਲ ਗਾਂਧੀ ਦੇ ਖਿਲਾਫ ਇਹੀ ਸੀਗਾ ਕਿ ਰਾਹੁਲ ਗਾਂਧੀ ਨੇ ਇੱਕ ਬਿਆਨ ਦਿੱਤਾ ਸੀਗਾ ਜੰਮੂ ਐਂਡ ਕਸ਼ਮੀਰ ਦੇ ਵਿੱਚ ਜਦੋਂ ਭਾਰਤ ਜੋੜੋ ਯਾਤਰਾ ਖਤਮ ਹੋਈ ਸੀਗੀ, ਹਾਂਜੀ, ਤਾਂ ਉੱਥੇ ਔਰਤਾਂ ਦੇ ਸ਼ੋਸ਼ਣ ਦਾ ਇਹਨੇ ਕੋਈ ਹਵਾਲਾ ਦਿੱਤਾ ਸੀਗਾ। ਤਾਂ ਉਸ ਤੋਂ ਬਾਅਦ ਦਿੱਲੀ ਪੁਲਿਸ ਨੇ ਮੁਕੱਦਮਾ ਦਰਜ ਕਰ ਲਿਆ ਤੇ ਜਾ ਕੇ ਇਹਨਾਂ ਦੇ ਕੋਲ ਪੁੱਛਿਆ ਕਿ ਲਿਆਓ ਬਾਈ, ਸਾਨੂੰ ਦਿਓ ਸਾਰੀ ਜਾਣਕਾਰੀ, ਅਸੀਂ ਦੇਖਦੇ ਹਾਂ। ਤਾਂ ਹੁਣ ਇਹ ਕਹਿੰਦੇ ਕਿ ਜੀ ਮੈਨੂੰ ਤਾਂ ਯਾਦ ਨਹੀਂ ਹੈ। ਤਾਂ ਇਸ ਤਰ੍ਹਾਂ ਮਤਲਬ ਕਿ ਇੱਕ ਤਰ੍ਹਾਂ ਨਾਲ ਕਹਿ ਲਓ ਕਿ ਵਿਜੇ ਜੀ, ਇਹ ਤਾਂ ਸਿਆਸਤ ਦੇ ਵਿੱਚ ਆਪਾਂ ਨੂੰ ਪਤਾ ਕਿ ਬਿਆਨਬਾਜ਼ੀ ਜਾਂ ਇਸ ਤਰ੍ਹਾਂ ਦੀ ਜੁਮਲੇਬਾਜ਼ੀ ਜਿਹੜੀ ਉਹ ਚੱਲਦੀ ਰਹਿੰਦੀ ਆ, ਇੱਕ ਦੂਜੇ ਤੇ ਇਲਜ਼ਾਮ ਤਰਾਸ਼ੀ ਚੱਲਦੀ ਰਹਿੰਦੀ ਆ। ਪਰ ਜਦੋਂ ਦਾ ਹਿੰਡਨਬਰਗ ਦੀ ਰਿਪੋਰਟ ਤੇ ਰਾਹੁਲ ਗਾਂਧੀ ਦਾ ਭਾਸ਼ਣ ਆਇਆ 40-45 ਮਿੰਟ ਦਾ ਸਦਨ ਦੇ ਵਿੱਚ, ਹਾਂਜੀ, ਉਸ ਤੋਂ ਬਾਅਦ ਫਿਰ ਕੈਮਰੇ ਦੇ ਵਿੱਚ ਜਿਹੜਾ ਭਾਸ਼ਣ ਗਿਆ ਤੇ ਇੱਕ ਅੱਧਾ ਹੋਰ ਭਾਸ਼ਣ, ਉਸ ਤੋਂ ਬਾਅਦ ਰਾਹੁਲ ਗਾਂਧੀ ਦੀ ਚੂੜੀ ਇਹ ਟਾਈਟ ਕਰਨ ਨੂੰ ਫਿਰਦੇ ਨੇ। ਕਦੇ ਸਦਨ ਦੇ ਵਿੱਚ ਮੁਆਫੀ ਦਾ ਵੇਖੋ ਤੁਸੀਂ ਕਿ ਓਪੋਜੀਸ਼ਨ ਤਾਂ ਸਦਨ ਨੂੰ ਰੋਕਦੀ ਹੈ ਚੱਲਣ ਤੋਂ, ਇੱਥੇ ਜਿਹੜੇ ਸੱਤਾਧਾਰੀ ਉਹ ਵੀ ਰੌਲਾ ਪਾ ਰਹੇ ਨੇ ਕਿ ਮਾਫੀ ਮੰਗਾ। ਉਹ ਕਹਿੰਦਾ ਕਿ ਦੇਖੋ RSS ਦੀ ਆਲੋਚਨਾ ਕਰਨੀ ਜਾਂ ਮੋਦੀ ਸਾਹਿਬ ਦੀ ਆਲੋਚਨਾ ਕਰਨੀ, ਭਾਰਤ ਦੀ ਆਲੋਚਨਾ ਨਹੀਂ ਹੈ। ਤਾਂ ਤੁਸੀਂ ਕਹਿ ਰਹੇ ਹੋ ਕਿ ਮੈਂ ਭਾਰਤ ਦੀ ਬਦਨਾਮੀ ਕੀਤੀ ਹੈ, ਪਰ ਇਹ ਜਿਹੜਾ ਸਾਰਾ ਕੁਛ ਆ ਸੰਕੇਤਕ ਤੌਰ ਤੇ ਜੇ ਦੇਖੀਏ ਤਾਂ ਉਹ ਇਹੋ ਹੀ ਹੈ ਵਿਜੇ ਜੀ ਕਿ ਰਾਹੁਲ ਗਾਂਧੀ ਤੇ ਸਿਕੰਜਾ ਜਿਹੜਾ ਉਹ ਆਨੇ-ਬਾਨੇ ਕੱਸਿਆ ਜਾ ਰਿਹਾ ਹੈ ਜੀ। ਮਿੰਟੂ ਜੀ, ਇਹ ਦੱਸਿਓ, ਹੁਣ ਸੁਣਨ 'ਚ ਇਹ ਆ ਰਿਹਾ ਵੀ ਭਾਰਤ ਦੇ ਵਿੱਚ ਸੋਨੇ ਦੀ ਤਸਕਰੀ 'ਚ ਬੜੀ ਤੇਜ਼ੀ ਨਾਲ ਵਾਧਾ ਹੋਇਆ, ਕੀ ਵੇਰਵਾ ਜੀ ਇਸ ਗੱਲਬਾਤ ਦਾ? ਆંકੜੇ ਆ ਕਹਿੰਦੇ ਆ ਕਿ 2023 ਦੇ ਪਹਿਲੇ 2 ਮਹੀਨਿਆਂ ਦੇ ਵਿੱਚ ਜਨਵਰੀ ਫਰਵਰੀ ਦੇ ਵਿੱਚ 916 ਕਿਲੋ ਸੋਨਾ ਫੜਿਆ ਗਿਆ, ਜਿਹੜਾ 2022 ਦੇ ਵਿੱਚ ਪੂਰੇ ਸਾਲ 'ਚ 2200 ਕਿਲੋ ਦੇ ਕਰੀਬ ਸੀਗਾ। ਮਤਲਬ ਕਿ ਜਿੰਨੀ ਰਿਕਵਰੀ ਇੱਕ ਸਾਲ ਦੇ ਵਿੱਚ ਹੋਈ ਆ ਉਹਦਾ ਤਕਰੀਬਨ 40% ਜੇ ਤੁਸੀਂ ਦੇਖੋਗੇ ਤਾਂ ਰਿਕਵਰ ਹੋਇਆ ਇਹਨਾਂ 2 ਮਹੀਨਿਆਂ ਦੇ ਦੌਰਾਨ। ਇਹਦੇ ਕੁਝ ਕਾਰਨ ਨੇ ਵਿਜੇ ਜੀ। ਦੇਖੋ, ਇੱਕ ਤੇ ਹੈ ਕਿ ਸੋਨੇ ਦੇ ਵਿੱਚ ਇੱਥੇ ਦੇਸ਼ ਦੇ ਅੰਦਰ ਬਹੁਤ ਜ਼ਿਆਦਾ ਟੈਕਸ ਹੈ, ਸੋਨੇ ਤੇ ਬਹੁਤ ਜ਼ਿਆਦਾ ਟੈਕਸ ਲੱਗਦਾ ਹੈ ਨਾ, 18.45 ਸਮਥਿੰਗ ਉਹ ਟੈਕਸ ਹੈ ਜਿਹੜਾ ਇਹਦੇ ਤੇ ਲੱਗਦਾ ਹੈ। 12.5% ਬੇਸਿਕ ਕਸਟਮ, ਇਸ ਤੋਂ ਇਲਾਵਾ ਖੇਤੀਬਾੜੀ ਉਹ ਬੁਨਿਆਦੀ ਢਾਂਚਾ ਦਾ ਇੱਕ ਸੈਸ ਹੈ, 2.5% ਉਹ ਹੈ, 3% GST ਹੈ। ਇਸ ਤਰ੍ਹਾਂ ਮਤਲਬ ਕਿ 18.5% ਉਹ ਲੱਗ ਜਾਂਦਾ। ਇਹ ਕਈ ਚੀਜ਼ਾਂ ਨੇ ਜਿਹੜੀਆਂ ਰਲ ਕੇ ਇਸ ਤਰ੍ਹਾਂ ਸਮਗਲਿੰਗ ਨੂੰ, ਤਸਕਰੀ ਨੂੰ ਬਹੁਤ ਜ਼ਿਆਦਾ ਵਧਾਵਾ ਦਿੰਦੀਆਂ ਨੇ। ਤਾਂ ਬਹਰਹਾਲ ਸੋਨੇ ਦੀ ਸਮਗਲਿੰਗ ਵੀ ਹੋ ਰਹੀ ਹੈ, ਰਿਕਵਰੀ ਵੀ ਬਹੁਤ ਜ਼ਬਰਦਸਤ ਚੱਲ ਰਹੀ ਹੈ। ਮਿੰਟੂ ਜੀ, ਤੁਹਾਡੀ ਗੱਲ 'ਚੋਂ ਫਿਰ ਇੱਕ ਸੰਕੇਤ ਇਹ ਹੈ NRIs ਵਾਸਤੇ ਜਿਨ੍ਹਾਂ ਨੇ ਕਿਸੇ ਹੋਰ ਵਿਆਹ ਸ਼ਾਦੀ ਸਮਾਗਮ 'ਚ ਜਾਣਾ ਹੁੰਦਾ, ਕਈ ਵਾਰੀ ਆਪਣਾ ਗੋਲਡ ਪਹਿਲਾਂ ਤੋਂ ਖਰੀਦਿਆ ਹੋਇਆ ਲੈ ਕੇ ਜਾਂਦੇ ਨੇ, ਤਾਂ ਫਿਰ ਤਾਂ ਉਹਨਾਂ ਤੇ ਵੀ ਸਖਤੀ ਹੋ ਸਕਦੀ ਹੈ ਏਅਰਪੋਰਟ ਤੇ ਲੈਂਡ ਕੀਤਿਆਂ ਤੇ। ਆਪਣੇ ਫਿਰ ਕਾਗਜ਼ ਪੱਤਰ, ਅਪਰੇਜ਼ਲ ਦੇ ਡਾਕੂਮੈਂਟ ਸਾਰੇ ਕੋਲ ਹੋਣ ਤਾਂ ਬਿਹਤਰ ਆ, ਨਹੀਂ ਤੇ ਉੱਥੇ ਫਿਰ ਸਵਾਲ ਜਵਾਬ ਦੇ ਵਿੱਚ ਮੁਸ਼ਕਲ ਹੋ ਸਕਦੀ ਆ। ਜੀ ਬਿਲਕੁਲ, ਕਿਉਂਕਿ ਸੋਨਾ ਇੱਥੇ ਬਹੁਤ ਜ਼ਿਆਦਾ ਮਹਿੰਗਾ ਹੋ ਰਿਹਾ ਨਾ ਜਿਹੜੇ ਟੈਕਸਾਂ ਕਰਕੇ, ਜਾਂ ਇਹਨਾਂ ਨੇ ਹੁਣ ਤਾਂ ਹੋਲਮਾਰਕ ਵੀ ਸ਼ੁਰੂ ਕਰ ਦਿੱਤਾ। ਹੋਲਮਾਰਕ ਤੋਂ ਬਗੈਰ ਤਾਂ ਸੋਨਾ ਹੁਣ ਇੱਥੇ ਵੇਚਣਾ ਵੀ ਬਹੁਤ ਮੁਸ਼ਕਲ ਹੈ। ਸੋ ਇਸ ਕਰਕੇ ਬਿਲਕੁਲ ਤੁਹਾਡੀ ਗੱਲ ਸਹੀ ਹੈ ਕਿ ਦਸਤਾਵੇਜ਼ੀ ਤੌਰ ਤੇ ਤੁਸੀਂ ਪੂਰੇ
ਕਹ ਲਓ ਕਿ ਮਜ਼ਬੂਤ ਹੋਣੇ ਚਾਹੀਦੇ ਆ ਜੀ। ਤੇ ਮਿੰਟੂ ਜੀ ਅੱਜ ਦੀ ਖੁਸ਼ਨੁਮਾ ਖਬਰ ਕੀ ਆ? ਖੁਸ਼ਨੁਮਾ ਖਬਰ ਵਿਜੇ ਜੀ, ਮੈਂ ਬੀਤੇ ਦਿਨੀ ਪੜ੍ਹਨ ਦਾ ਮੌਕਾ ਮਿਲਿਆ। ਵੈਸੇ ਇੰਟਰਨੈਟ ਬੰਦ ਹੋਵੇ ਤਾਂ ਆਬਵੀਅਸ ਹੈ ਕਿ ਤੁਸੀਂ ਕਿਤਾਬਾਂ ਵੱਲ ਜ਼ਰੂਰ ਪਰਤਦੇ ਹੋ, ਆਰਟੀਕਲ ਵੱਲ ਜ਼ਰੂਰ ਪਰਤਦੇ ਹੋ। ਤਾਂ ਮੇਰੀ ਨਿਗਾਹ ਪਈ ਇੱਕ ਮੋਨਿਕਾ ਨਾਮ ਦੀ ਆਰਗੈਨਿਕ ਫਾਰਮਰ ਜਿਹੜੀ ਹੈ ਹਰਿਆਣੇ ਤੋਂ, ਰੋਹਤਕ ਤੋਂ। ਅੱਛਾ ਜੀ। ਤਾਂ ਉਹਦੀ ਕਹਾਣੀ ਮੈਨੂੰ ਬੜੀ ਦਿਲਚਸਪ ਲੱਗੀ ਕਿ 2015 ਦੇ ਵਿੱਚ ਉਹਦੀ ਸੱਸ ਦੀ ਡੈਥ ਹੋ ਗਈ ਸੀ ਕੈਂਸਰ ਕਰਕੇ। ਤਾਂ ਉਹਦਾ ਮਤਲਬ ਕਿ ਜਿਹੜਾ ਇੱਕ ਤਰ੍ਹਾਂ ਨਾਲ ਕਹਿ ਲਓ ਮਨ ਮਸਤਕ ਸੀਗਾ ਨਾ ਜਿਹੜਾ, ਉਹ ਬਿਲਕੁਲ ਝੰਜੋੜਿਆ ਗਿਆ ਕਿ ਕਾਰਨ ਕੀ ਨੇ। ਤਾਂ ਉਹਨੂੰ ਜਦੋਂ ਕਾਰਨ ਲੱਭਣੇ ਸ਼ੁਰੂ ਕੀਤੇ ਤਾਂ ਇਹ ਕਾਰਨ ਨਜ਼ਰ ਆਇਆ ਕਿ ਕਿਤੇ ਨਾ ਕਿਤੇ ਜੋ ਅਸੀਂ ਖਾਣੇ ਪੀਣੇ ਆ, ਜੋ ਸਾਡਾ ਪੈਸਟੀਸਾਈਡ ਜਾਂਦਾ ਅੰਦਰ, ਜੋ ਹੋਰ ਚੀਜ਼ਾਂ ਅਸੀਂ ਕੈਮੀਕਲ ਯੂਜ਼ ਕਰਦੇ ਆ, ਕਿਤੇ ਨਾ ਕਿਤੇ ਉਹਦੇ ਤੋਂ ਦਿੱਕਤ ਹੈ ਜੀ। ਤਾਂ ਉਸਨੇ ਫਿਰ ਆਰਗੈਨਿਕ ਫਾਰਮਿੰਗ ਸ਼ੁਰੂ ਕੀਤੀ। ਇਹੀ ਕਹਾਣੀ ਬਹੁਤ ਤਗੜੇ ਆਰਗੈਨਿਕ ਫਾਰਮਰ ਨੇ ਪੰਜਾਬ ਦੇ, ਕਮਲਜੀਤ ਸਿੰਘ ਹੇਅਰ, ਵਕੀਲ ਸੀ ਪੇਸ਼ੇ ਤੋਂ। ਉਹਨਾਂ ਨੇ ਵੀ ਆਪਣਾ ਭਰਵਾਂ ਕੈਰੀਅਰ ਜਿਹੜਾ ਉਹ ਇਸੇ ਕਰਕੇ ਹੀ ਛੱਡਿਆ। ਸੋਨਗੜ੍ਹ ਫਾਰਮ ਵਾਲੇ ਉਹਨਾਂ ਦੇ ਹਾਂਜੀ ਹਾਂ, ਇੱਕ ਵਾਰ ਪ੍ਰੋਗਰਾਮ ਤੇ ਵੀ ਆਏ ਸੀ ਜੀ, ਗੱਲ ਹੋਈ ਸੀ ਉਹਨਾਂ ਨਾਲ। ਬਿਲਕੁਲ, ਯੈਸ ਯੈਸ ਯੈਸ, ਕੀ ਬਾਤ। ਹਾਂਜੀ, ਬੁਲਾਰੇ ਬਹੁਤ ਅੱਛੇ ਨੇ, ਉਹ ਬੁਲਾਰੇ ਬਹੁਤ ਅੱਛੇ ਨੇ। ਹਾਂਜੀ, ਗੱਲ ਇਹ ਹੈ ਕਿ ਇਹ ਕਈ ਵਾਰ ਚੋਟਾਂ ਹੁੰਦੀਆਂ ਜਿਹੜੀਆਂ ਤੁਹਾਨੂੰ ਕਿਸੇ ਹੋਰ ਦਿਸ਼ਾ 'ਚ ਮੋੜ ਦਿੰਦੀਆਂ। ਤੁਸੀਂ ਕਿਤੇ ਹੋਰ ਪਾਸੇ ਜਾ ਰਹੇ ਹੁੰਦੇ ਹੋ ਤਾਂ ਯਕਦਮ ਚੋਟ ਵੱਜਦੀ ਹੈ ਤਾਂ ਕਿਸੇ ਹੋਰ ਦਿਸ਼ਾ ਵੱਲ ਮੁੜ ਪੈਂਦੇ ਹੋ। ਤਾਂ ਇਹੀ ਕਹਾਣੀ ਹੈ। ਤਾਂ ਬਹੁਤ ਅੱਛੀ ਗੱਲ ਹੈ ਕਿਉਂਕਿ ਜੇ ਆਪਾਂ ਦੇਖੀਏ ਕੁਦਰਤੀ ਖੇਤੀ ਮਾਡਲ ਜਿਹੜਾ ਉਹ ਬਹੁਤ ਲਾਹੇਵੰਦ ਹੈ ਇਸ ਕਰਕੇ ਕਿ ਪਾਣੀ ਤਾਂ ਆਪਾਂ ਨੂੰ ਦੀਦਾ ਹੈ ਕਿ ਪਾਣੀ ਦਾ ਖਾਤਮਾ ਹੋ ਜਾਏਗਾ, ਪਾਣੀ ਦੀ ਵੇਸਟਿੰਗ ਬਹੁਤ ਜ਼ਿਆਦਾ ਹੈ। ਪਰ ਕਦੇ ਸੋਚ ਕੇ ਦੇਖੋ ਕਿ ਮਿੱਟੀ ਦਾ ਕਿੰਨਾ ਨੁਕਸਾਨ ਹੋ ਰਿਹਾ ਹੈ ਜੀ। ਤਾਂ ਅਸੀਂ ਮਿੱਟੀ ਬਾਰੇ ਦੇਖਦੇ ਨਹੀਂ। ਜਿਵੇਂ ਹੁਣ ਪੰਜਾਬ ਦੀ ਮਿੱਟੀ ਵੀ ਦਾਅ ਤੇ ਲੱਗੀ ਪਈ। ਜੀ ਜੀ ਜੀ, ਬਿਲਕੁਲ ਬਿਲਕੁਲ।